हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਹੈ ਆਮ ਸਟੱਡੀ ਵਿਦ ਜੋਬ ਅਲਰਟ ਦੇ ਮਾਸਟਰ ਕੇਡਰ ਸਬਜੈਕਟ ਹੈ ਜੀ ਹਿਸਟਰੀ ਭਾਗ 21। ਅਗਲਾ ਨਵਾਂ ਟੌਪਿਕ ਲੈ ਕੇ ਆਏ ਹਾਂ। ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਵੀਡੀਓ ਦੀ ਇਨਫੋਰਮੇਸ਼ਨ ਹੈ ਜਿਹੜੀ ਇਸੇ ਤਰ੍ਹਾਂ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਅਗਲਾ ਟੌਪਿਕ ਮਾਸਟਰ ਕੇਡਰ ਹਿਸਟਰੀ। हाँ जी, ਤਾਂ ਸਾਡਾ ਅੱਜ ਦਾ ਟੌਪਿਕ ਹੈ ਜੋ ਉਹ ਜਹਾਂਗੀਰ ਹੈ 1605 ਤੋਂ 1627। ਜਹਾਂਗੀਰ ਰਾਜੇ ਬਾਰੇ ਇਹਦੇ ਕੰਮ ਜੋ ਵੀ ਇਹਦੀ ਜੀਵਨੀ ਸੀ ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਤਾਂ ਬਚਪਨ ਦਾ ਨਾਮ ਸੀ ਜਿਹੜਾ ਇਹਦਾ ਸਲੀਮ ਸੀਗਾ। ਉਪਾਧੀ ਸੀ ਜਿਹੜੀ ਇਹਨੇ ਨੂਰਦੀਨ ਦੀ ਧਾਰਨ ਕੀਤੀ ਸੀ ਅਤੇ ਇਹਦਾ ਪੂਰਾ ਨਾਮ ਬਣਦਾ ਸੀਗਾ ਨੂਰਦੀਨ ਮੁਹੰਮਦ ਬਾਦਸ਼ਾਹੀ ਗਾਜੀ। ਤਾਂ ਜਹਾਂਗੀਰ ਦਾ ਇਹ ਪੂਰਾ ਨਾਮ ਸੀ, ਇਹ ਤੁਸੀਂ ਯਾਦ ਰੱਖਣਾ। ਅੱਗੇ ਅਸੀਂ ਗੱਲ ਕਰਾਂਗੇ ਆਤਮ ਕਥਾ ਦੀ। ਤੁਜ਼ਕ ਏ ਜਹਾਂਗੀਰੀ ਜੋ ਫਾਰਸੀ ਭਾਸ਼ਾ ਵਿੱਚ ਸੀ, ਇਸ ਦੀ ਆਤਮ ਕਥਾ ਸੀ। ਇਹਨੂੰ ਪੂਰਾ ਕੀਤਾ ਸੀਗਾ ਜਿਹੜਾ ਬਾਬਰ ਇਹਦੀ ਜਹਾਂਗੀਰ ਦੀ ਜਿਹੜੀ ਆਤਮ ਕਥਾ ਸੀ ਮੋਤਬਿੰਦ ਖਾਨ ਨੇ ਪੂਰਾ ਕੀਤਾ ਸੀ। ਇਹਨੂੰ ਫਾਰਸੀ ਭਾਸ਼ਾ ਦੇ ਵਿੱਚ ਹੈ ਜੋ ਲਿਖੀ ਗਈ ਸੀ ਤੁਜ਼ਕ ਏ ਜਹਾਂਗੀਰੀ। ਅੱਗੇ ਖੁਸਰੋ ਖਾਨ ਦੀ ਬਗਾਵਤ। सोलह सौ 6 ईस्वी ਵਿੱਚ ਜਹਾਂਗੀਰ ਦੇ ਵੱਡੇ ਪੁੱਤਰ ਨੇ ਜਹਾਂਗੀਰ ਦੇ ਵਿਰੁੱਧ ਜੋ ਬਗਾਵਤ ਕਰ ਦਿੱਤੀ ਸੀ। ਜਲੰਧਰ ਦੇ ਨੇੜੇ ਸਥਾਨ ਸੀ ਭਾਈਵਾਲ, ਤਾਂ ਉਸ ਸਥਾਨ 'ਤੇ ਜਿਹੜਾ ਯੁੱਧ ਹੋਇਆ ਸੀ ਖੁਸਰੋ ਖਾਨ ਨੂੰ ਬੰਦੀ ਬਣਾ ਲਿਆ ਗਿਆ ਸੀਗਾ। ਇਹ ਵੀ ਕਿਹਾ ਜਾਂਦਾ ਕਿ ਖੁਸਰੋ ਖਾਨ ਨੇ ਜਿਹੜਾ ਖੁਸਰੋ ਖਾਨ ਨੂੰ ਜਹਾਂਗੀਰ ਨੇ ਅੰਨਾ ਕਰਵਾ ਦਿੱਤਾ ਗਿਆ ਸੀਗਾ। ਇਸ ਤੋਂ ਬਾਅਦ ਅਗਲਾ ਪੁਆਇੰਟ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਤਾਂ ਇੱਥੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਕੌਣ ਸੀਗਾ? ਤਾਂ ਉਹ ਸੀਗਾ ਜਹਾਂਗੀਰ। 30 ਮਈ 1606 ਵਿੱਚ ਜਹਾਂਗੀਰ ਨੇ ਸਿੱਖਾਂ ਦੇ 5ਵੇਂ ਗੁਰੂ ਨੂੰ ਖੁਸਰੋ ਖਾਨ ਦੀ ਸਹਾਇਤਾ ਦੇਣ ਦੇ ਦੋਸ਼ ਵਿੱਚ ਜਿਹੜਾ ਸ਼ਹੀਦ ਕਰਵਾ ਦਿੱਤਾ ਸੀਗਾ। ਅਗਲਾ ਪੁਆਇੰਟ ਹੈ ਅਹਿਮਦਨਗਰ ਦੇ ਵਜ਼ੀਰ ਮਲਿਕ ਅੰਬਰ ਦੇ ਵਿਰੁੱਧ ਸਫਲਤਾ ਤੋਂ ਖੁਸ਼ ਹੋ ਕੇ ਜਹਾਂਗੀਰ ਨੇ ਖੁਸਰੋ ਨੂੰ ਸ਼ਾਹਜਹਾਂ ਦੀ ਉਪਾਧੀ ਦਿੱਤੀ ਸੀ। ਅਗਲਾ ਪੁਆਇੰਟ ਹੈ 1622 ਵਿੱਚ ਮੁਗਲਾਂ ਦੇ ਹੱਥੋਂ ਕੰਧਾਰ ਨਿਕਲ ਗਿਆ ਸੀਗਾ ਜਿਹੜਾ ਅਕਬਰ ਨੇ ਜਿੱਤਿਆ ਸੀਗਾ। ਕੰਧਾਰ ਉੱਪਰ ਸੀ ਜਿਹੜਾ ਸ਼ਾਹ ਆਬਸ ਨੇ ਅਧਿਕਾਰ ਕਰ ਲਿਆ ਸੀ। ਅੱਗੇ ਅਸੀਂ ਗੱਲ ਕਰਾਂਗੇ ਨੂਰ ਜਹਾਂ, ਜਿਹਨੂੰ ਮੇਹਰੁਨਿਸਾ ਕਿਹਾ ਜਾਂਦਾ ਸੀ, ਇਹਦਾ ਨਾਮ ਸੀਗਾ। ਈਰਾਨੀ ਨਿਵਾਸੀ ਸੀ। ਮਿਰਜ਼ਾ ਗਿਆਸ ਬੇਗ ਦੀ ਪੁੱਤਰੀ ਸੀ ਨੂਰ ਜਹਾਂ, ਜਿਹਦਾ ਅਸਲੀ ਨਾਮ ਮੇਹਰੁਨਿਸਾ ਸੀ। 1594 ਵਿੱਚ ਮੇਹਰੁਨਿਸਾ ਦਾ ਵਿਆਹ ਸੀ ਜਿਹੜਾ ਉਹ ਅਲੀ ਕੁਲੀ ਬੇਗ ਸ਼ੇਰ ਅਫਗਾਨ ਨਾਲ ਹੋਇਆ ਸੀਗਾ। ਅਲੀ ਬੇਗ ਨੂੰ ਸ਼ੇਰ ਮਾਰਨ 'ਤੇ ਜਹਾਂਗੀਰ ਨੇ ਸ਼ੇਰ ਅਫਗਾਨ ਦੀ ਉਪਾਧੀ ਦਿੱਤੀ ਸੀ। ਅੱਗੇ ਗੱਲ ਕਰਦੇ ਹਾਂ 1607 ਵਿੱਚ ਸ਼ੇਰ ਅਫਗਾਨ ਦੀ ਮੌਤ ਤੋਂ ਬਾਅਦ ਮੇਹਰੁਨਿਸਾ ਅਕਬਰ ਦੀ ਵਿਧਵਾ ਸਲੀਮ ਬੇਗਮ ਦੀ ਜਿਹੜੀ ਸੇਵਾ ਨਿਯੁਕਤ ਮੇਹਰੁਨਿਸਾ ਨੂੰ ਪਹਿਲੀ ਵਾਰ ਹੈ ਜੋ ਜਹਾਂਗੀਰ ਨੇ ਨਵਰੋਜ਼ ਤਿਉਹਾਰ 'ਤੇ ਵੇਖਿਆ 1611 ਵਿੱਚ। ਇਸ ਨਾਲ ਹੈ ਜੋ ਦੁਬਾਰਾ ਵਿਆਹ ਕਰਵਾ ਲਿਆ ਸੀ। ਮੇਹਰੁਨਿਸਾ ਦੀ ਉਪਾਧੀ ਜਹਾਂਗੀਰ ਨੇ ਮੇਹਰੁਨਿਸਾ ਨੂੰ ਨੂਰ ਮਹਿਲ ਜਾਂ ਨੂਰ ਜਹਾਂ ਦੀ ਉਪਾਧੀ ਦਿੱਤੀ ਸੀਗੀ। ਨੂਰ ਜਹਾਂ ਦੇ ਸਨਮਾਨ ਵਿੱਚ ਜਹਾਂਗੀਰ ਨੇ ਚਾਂਦੀ ਦੇ ਸਿੱਕੇ ਚਲਵਾਏ ਸੀ। ਤਾਂ ਇਸ 'ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਨੂਰ ਜਹਾਂ ਦੀ ਮਾਤਾ ਆਸਮਤ ਬੇਗਮ ਨੇ ਗੁਲਾਬ ਤੋਂ ਇਤਰ ਨਿਕਾਲਣ ਦੀ ਵਿਧੀ ਜਿਹੜੀ ਖੋਜੀ ਸੀ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਕਿ ਇਤਰ ਦੀ ਖੋਜ ਕਿਹਨੇ ਕੀਤੀ ਸੀ ਜਾਂ ਗੁਲਾਬਾਂ ਤੋਂ ਇਤਰ ਕੱਢਣ ਦੀ ਵਿਧੀ ਦੀ ਖੋਜ ਤਾਂ ਉਹ ਕੀਤੀ ਸੀ ਆਸਮਤ ਬੇਗਮ ਨੇ, ਜੋ ਨੂਰ ਜਹਾਂ ਦੀ ਮਾਤਾ ਸੀ। ਜਹਾਂਗੀਰ ਨੇ ਗਿਆਸ ਬੇਗ ਨੂੰ ਸ਼ਾਹੀ ਦੀਵਾਨ ਬਣਾਇਆ ਸੀ ਅਤੇ ਉਸ ਨੂੰ ਇਤਮਾਤ ਉਦ ਦੌਲਾ ਦੀ ਉਪਾਧੀ ਦਿੱਤੀ ਸੀ, ਜਿਸ ਕਾਰਨ ਹੈ ਜੋ ਈਰਾਨੀਆਂ ਨੂੰ ਉੱਚ ਪਦ ਪ੍ਰਾਪਤ ਹੋਏ ਸੀ। ਲਾਡਲੀ ਬੇਗਮ, ਅੱਗੇ ਅਸੀਂ ਗੱਲ ਕਰਦੇ ਹਾਂ। ਲਾਡਲੀ ਬੇਗਮ ਸ਼ੇਰ ਅਫਗਾਨ ਅਤੇ ਮੇਹਰੁਨਿਸਾ ਸੀ ਜਿਹੜੀ ਉਹਦੀ ਯਾਨੀ ਕਿ ਨੂਰ ਜਹਾਂ ਦੀ ਪੁੱਤਰੀ ਸੀ।
ਲਾਡਲੀ ਬੇਗਮ ਦਾ ਵਿਆਹ ਜਹਾਂਗੀਰ ਦੇ ਪੁੱਤਰ ਸ਼ਹਿਰਜ਼ਾਰ ਨਾਲ ਕਰ ਦਿੱਤਾ ਗਿਆ ਸੀ। ਅੱਗੇ ਗੱਲ ਕਰਾਂਗੇ ਚਿੱਤਰਕਲਾ। ਜਹਾਂਗੀਰ ਸੀ ਜਿਹੜਾ ਉਹ ਇੱਕ ਚਿੱਤਰਕਲਾ ਦਾ ਪ੍ਰੇਮੀ ਸੀ। ਆਗਰੇ ਵਿੱਚ ਉਸਨੇ ਇੱਕ ਚਿੱਤਰਕਲਾ ਦੀ ਸਥਾਪਨਾ ਕੀਤੀ ਸੀ। ਇਸ ਦਾ ਜਿਹੜਾ ਮੁਖੀ ਸੀਗਾ ਅੱਕਾ ਰਿਜ਼ਾ ਨੂੰ ਬਣਾਇਆ ਗਿਆ ਸੀਗਾ। ਜਹਾਂਗੀਰ ਦੇ ਕਾਲ ਨੂੰ ਚਿੱਤਰਕਲਾ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਤਾਂ ਇਸ 'ਤੇ ਹੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਚਿੱਤਰਕਲਾ ਦਾ ਸੁਨਹਿਰੀ ਕਾਲ ਕਿਸ ਦੇ ਸਮੇਂ ਨੂੰ ਕਿਹਾ ਜਾਂਦਾ ਹੈ, ਤਾਂ ਉਹ ਜਹਾਂਗੀਰ ਦੇ ਨੂੰ ਇਸ ਸਮੇਂ ਹੈ ਜੋ ਚਿੱਤਰਕਲਾ ਬਹੁਤ ਪ੍ਰਫੁੱਲਤ ਸੀ ਅਤੇ ਜਹਾਂਗੀਰ ਆਪ ਖੁਦ ਚਿੱਤਰਕਲਾ ਦਾ ਪ੍ਰੇਮੀ ਸੀ। ਅੱਗੇ ਜਹਾਂਗੀਰ ਦੇ ਦਰਬਾਰ ਵਿੱਚ ਪ੍ਰਮੁੱਖ ਚਿੱਤਰਕਾਰ ਕਿਹੜੇ ਸੀ? ਪਹਿਲਾ ਸੀਗਾ ਅੱਗਾ ਰਜ਼ਾ, ਇੱਥੇ ਅੱਗਾ ਰਜ਼ਾ ਗਾ ਜਿਹਨੂੰ ਅੱਕਾ ਰਿਜ਼ਾ ਕਿਹਾ ਜਾਂਦਾ ਹੈ। ਅਬੁਲ ਹਸਨ, ਮੁਹੰਮਦ ਨਾਸਿਰ, ਮੁਹੰਮਦ ਮੁਰਾਦ, ਉਸਤਾਦ ਮਨਸੂਰ ਜੋ ਪੰਛੀਆਂ ਦਾ ਚਿੱਤਰਕਾਰ ਸੀਗਾ। ਬਿਸ਼ਨ ਦਾਸ, ਮਨੋਹਰ, ਗੋਵਰਧਨ, ਫਾਰੂਕ ਵੇਗ ਅਤੇ ਦੌਲਤ ਆਦਿ ਇਹ ਸਾਰੇ ਜਹਾਂਗੀਰ ਦੇ ਦਰਬਾਰ ਵਿੱਚ ਪ੍ਰਮੁੱਖ ਚਿੱਤਰਕਾਰ ਸੀਗੇ। ਤਾਂ ਇਹਨਾਂ 'ਤੇ ਵੀ ਪ੍ਰਸ਼ਨ ਹੈ ਜਿਹੜਾ ਪੁੱਛਿਆ ਜਾ ਸਕਦਾ ਹੈ। ਤੁਸੀਂ ਯਾਦ ਰੱਖਣੇ ਨੇ ਇਹ ਨਾਮ। ਇਹਨਾਂ ਵਿੱਚੋਂ ਕੋਈ ਵੀ ਨਾਮ 'ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਫਾਰੂਕ ਵੇਗ ਕਿਸ ਸਮੇਂ ਦਾ ਹੈ ਜੋ ਪ੍ਰਮੁੱਖ ਚਿੱਤਰਕਾਰ ਸੀਗਾ, ਤਾਂ ਜਹਾਂਗੀਰ ਦੇ ਦਰਬਾਰ ਦਾ। ਅੱਗੇ ਉਸਤਾਦ ਮਨਸੂਰ ਨੂੰ ਨਾਦਿਰ ਅਲ ਉਸ ਦੀ ਉਪਾਧੀ ਹੈ ਜਿਹੜੀ ਉਹ ਜਹਾਂਗੀਰ ਨੇ ਦਿੱਤੀ ਸੀ। ਅਬੁਲ ਹਸਨ ਨੂੰ ਨਾਦਿਰ ਜਮਾ ਦੀ ਉਪਾਧੀ ਦਿੱਤੀ ਗਈ ਸੀ। ਅੱਗੇ ਸੋਨੇ ਦੀ ਜੰਜੀਰ ਇਹ ਨਿਆਂ ਦੀ ਪ੍ਰਤੀਕ ਸੀ ਜਿਹੜੀ ਜਹਾਂਗੀਰ ਦੇ ਸਮੇਂ ਸੀ। ਤਾਂ ਇਸ 'ਤੇ ਹੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਸੋਨੇ ਦੀ ਜੰਜੀਰ ਕਿਸ ਦਾ ਪ੍ਰਤੀਕ ਸੀ ਜਾਂ ਕਿਸ ਨੇ ਲਗਾਈ ਗਈ ਸੀ, ਕਿਸ ਲਈ ਲਗਾਈ ਗਈ ਸੀ? ਤਾਂ ਜਹਾਂਗੀਰ ਨੇ ਨਿਆਂ ਦੇਣ ਦੇ ਲਈ। ਅੱਗੇ ਅਸੀਂ ਗੱਲ ਕਰਦੇ ਹਾਂ ਅਗਲੇ ਪੁਆਇੰਟ ਦੀ। ਤਾਂ ਇੱਕ ਜੰਜੀਰ ਹੈ ਜਿਹੜੀ ਇਹਨੇ ਆਗਰੇ ਦੇ ਕਿਲ੍ਹੇ ਦੇ ਜਿਹੜਾ ਸ਼ਾਹ ਬੁਰਜ ਸੀ ਇਹਦੇ ਵਿੱਚ ਲਗਾਈ ਸੀ। ਤਾਂ ਦੂਸਰੀ ਯਮੁਨਾ ਦੇ ਕੰਢੇ ਪੱਥਰ ਦੇ ਖੰਭੇ ਨਾਲ ਲਗਵਾਈ ਗਈ ਸੀ। ਦੋ ਜੰਜੀਰਾਂ ਜਿਹੜੀਆਂ ਲਗਵਾਈਆਂ ਗਈਆਂ ਸੀ। ਅਗਲਾ ਪੁਆਇੰਟ ਹੈ ਜਹਾਂਗੀਰ ਦੇ ਸਮੇਂ ਵਿੱਚ ਆਉਣ ਵਾਲੇ ਅੰਗਰੇਜ਼। ਤਾਂ ਇਹਨਾਂ 'ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਪਹਿਲਾ ਸੀਗਾ ਕੈਪਟਨ ਹਾਕਿੰਗਜ਼ 1609 ਵਿੱਚ ਭਾਰਤ ਵਿੱਚ ਆਉਣ ਵਾਲਾ ਪਹਿਲਾ ਅੰਗਰੇਜ਼ ਸੀ। ਤਾਂ ਸਿੱਧਾ ਹੀ ਪ੍ਰਸ਼ਨ ਇਹਦੇ ਵਿੱਚ ਬਣਿਆ ਪਿਆ ਕਿ ਭਾਰਤ ਵਿੱਚ ਆਉਣ ਵਾਲਾ ਪਹਿਲਾ ਅੰਗਰੇਜ਼ ਕੌਣ ਸੀ ਅਤੇ ਕਿਸ ਦੇ ਸਮੇਂ ਵਿੱਚ ਆਇਆ ਸੀ? ਤਾਂ ਉਹ ਸੀਗਾ ਕੈਪਟਨ ਹਾਕਿੰਗਜ਼ 1609 ਦੇ ਵਿੱਚ ਜਹਾਂਗੀਰ ਦੇ ਸਮੇਂ ਭਾਰਤ ਆਇਆ ਸੀ। ਦੂਸਰਾ ਹੈਗਾ ਸਰ ਟਾਮਸਰੋ ਜਾਂ ਸਰ ਟੋਮਸਰੋ। ਤੀਸਰਾ ਹੈਗਾ ਵਿਲੀਅਮ ਵਿੱਚ। ਚੌਥਾ ਹੈਗਾ ਐਡਵਰ ਟੈਰੀ। ਇੱਥੇ ਟੈਰੀ ਹੈ, ਟੈਚੀ ਨਹੀਂ ਹੈ, ਕਿਉਂਕਿ ਜਦੋਂ ਟਾਈਪ ਕਰਕੇ ਕਈ ਵਾਰ ਸੇਵ ਕਰਦੇ ਹਾਂ ਤਾਂ ਜਿਹੜੇ ਫੌਂਟ ਨੇ ਉਹ ਚੇਂਜ ਹੋ ਜਾਂਦੇ ਹੈ, ਇਸ ਕਰਕੇ ਪ੍ਰੋਬਲਮ ਆ ਜਾਂਦੀ ਹੈ। ਐਡਵਰ ਟੈਰੀ ਸੀਗਾ। ਤਾਂ ਇਹ ਚਾਰ ਅੰਗਰੇਜ਼ ਸੀਗੇ ਜਿਹੜੇ ਜਹਾਂਗੀਰ ਦੇ ਸਮੇਂ ਆਏ ਸੀਗੇ। ਪਹਿਲਾ ਸਮੁੰਦਰੀ ਜਹਾਜ਼ ਜੋ ਭਾਰਤ ਆਇਆ ਸੀਗਾ ਤਾਂ ਉਹ ਸੀਗਾ ਹੈਕਟਰ, ਉਸਦਾ ਨਾਮ ਸੀ। ਪਹਿਲਾ ਅੰਗਰੇਜ਼ੀ ਜਹਾਜ਼ ਜੋ ਭਾਰਤ ਆਇਆ ਸੀ ਤਾਂ ਉਹ ਸੀਗਾ ਰੈੱਡ ਡਰੈਗਨ। ਜਹਾਂਗੀਰ ਨੇ ਸੰਸਕ੍ਰਿਤ ਦੇ ਕਵੀ ਜਗਨਨਾਥ ਨੂੰ ਪੰਡਿਤ ਰਾਜ ਦੀ ਉਪਾਧੀ ਦਿੱਤੀ ਸੀਗੀ। ਅਗਲਾ ਪੁਆਇੰਟ ਹੈ ਮੁਹਾਵਤ ਖਾਂ ਨੇ ਹੈ ਜੋ ਜੇਹਲਮ ਨਦੀ ਦੇ ਕੰਢੇ 1626 ਵਿੱਚ ਜਹਾਂਗੀਰ, ਨੂਰਜਹਾਂ ਅਤੇ ਨੂਰਜਹਾਂ ਦਾ ਜਿਹੜਾ ਭਰਾ ਸੀਗਾ ਆਸਫ ਖਾਂ ਨੂੰ ਬੰਦੀ ਬਣਾ ਲਿਆ ਸੀ। ਮੁਹਾਵਤ ਖਾਂ ਸੀਗਾ ਜਿਹੜਾ ਉਹ ਕਾਂਗੜੇ ਦਾ ਜਾਂ ਕਾਂਗੜ ਦਾ ਪਹਾੜੀ ਰਾਜਾ ਸੀ। ਸ਼ਾਹਜਹਾਂ ਨੇ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸੀ। 28 ਅਕਤੂਬਰ 1627 ਈਸਵੀ ਨੂੰ ਭੀਮਵਾਰ ਨਾਮਕ ਸਥਾਨ 'ਤੇ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਨੂੰ ਸਹਾਦਰਾ ਰਾਵੀ ਨਦੀ ਦੇ ਕੰਢੇ ਲਾਹੌਰ ਵਿਖੇ ਜਿਹੜਾ ਉਹ ਦਫਨਾਇਆ ਜਾਂਦਾ ਹੈ। ਅਗਲਾ ਹੈ ਜੋ ਨੂਰਜਹਾਂ ਨੇ ਜਹਾਂਗੀਰ ਦਾ ਮਕਬਰਾ
ਬਣਾਇਆ ਸੀਗਾ। ਨੂਰ ਜਹਾਂ ਨੇ ਹੀ ਇਤਮਾਦ ਉਤ ਦੌਲਾ ਦਾ ਮਕਬਰਾ ਬਣਾਇਆ ਸੀਗਾ ਆਪਣੇ ਪਿਤਾ ਦੇ ਲਈ। ਅੱਗੇ ਅਗਲਾ ਪੁਆਇੰਟ ਹੈ ਅਸ਼ੋਕ ਦੇ ਕੌਸੰਬੀ ਸਤੰਭ ਜੋ ਉਪ ਪ੍ਰਜਾਗ ਦੇ ਵਿੱਚ ਹੈ ਇਹ ਮਕਬਰਾ। ਸਮੁੰਦਰ ਗੁਪਤ ਦੀ ਪ੍ਰਜਾਗ ਪ੍ਰਸ਼ਸਤੀ ਅਤੇ ਜਹਾਂਗੀਰ ਦਾ ਲੇਖ ਲਿਖਿਆ ਇਸ ਸਮੇਂ ਜੋ ਮਿਲਦਾ ਹੈ। ਸੋ ਦੋਸਤੋ ਇਹ ਜਹਾਂਗੀਰ ਸੀਗਾ, ਇਹਦੇ ਬਾਰੇ ਫੁੱਟਬਾਲ ਜਾਣਕਾਰੀ ਸੀ, ਬਿਲਕੁਲ ਜਿਹੜੀ ਇੰਪੋਰਟੈਂਟ ਜਾਣਕਾਰੀ ਸੀ। ਇਹਦੇ ਸਮੇਂ ਜੋ ਵੀ ਅੰਗਰੇਜ਼ ਆਏ ਸੀਗੇ, ਜਹਾਜ਼ ਸੀਗੇ, ਜੋ ਵੀ ਇਹਨੇ ਚਿੱਤਰਕਾਰ ਸੀਗਾ, ਪ੍ਰਮੁੱਖ ਇਹਦੇ ਦਰਬਾਰ ਵਿੱਚ ਕਿਹੜੇ ਕਿਹੜੇ ਚਿੱਤਰਕਾਰ ਹੋਏ ਸੀਗੇ, ਇਹਦੀ ਆਤਮ ਕਥਾ, ਇਹਦੀਆਂ ਉਪਾਧੀਆਂ, ਇਹਦਾ ਪੂਰਾ ਨਾਮ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਇਹ ਸਾਰੇ ਪ੍ਰਸ਼ਨ ਬਣਦੇ ਨੇ ਇਹਦੇ ਵਿੱਚ। ਅਗਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਰੀਡ ਕਰਦੇ ਹੋ ਤਾਂ ਤੁਹਾਨੂੰ MCQ ਜਾਂ ਵਨ ਲਾਈਨਰ ਪ੍ਰਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਸ਼ਾਰਟ ਦੇ ਵਿੱਚ ਅਤੇ ਸੌਖੇ ਤਰੀਕੇ ਨਾਲ ਜਾਣਕਾਰੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਈ ਹੈ। ਕਈ ਵਾਰ ਕੋਈ ਗਲਤੀ ਵੀ ਰਹਿ ਜਾਂਦੀ ਹੈ ਤਾਂ ਕਮੈਂਟ ਵਿੱਚ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਵੀ ਇਹ ਚੀਜ਼ ਇਹ ਹੋਣੀ ਚਾਹੀਦੀ ਹੈ, ਕਿਉਂਕਿ ਸੇਵ ਕਰਦੇ ਸਮੇਂ ਫੌਂਟ ਚੇਂਜ ਹੋ ਜਾਂਦੇ ਹੈ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ। ਤਾਂ ਮਿਲਦੇ ਹਾਂ ਜੀ ਅਗਲੇ ਕੱਲ੍ਹ ਨੂੰ ਨਵੇਂ ਟੌਪਿਕ ਨਾਲ। ਧੰਨਵਾਦ।